ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਹੀ ਗੁਰਮੁਖ ਵਿਦਵਾਨਾਂ ਨੂੰ ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਸੋ ਪਿਆਰਿਓ, ਆਓ ਸਤਿਗੁਰੂ ਜੀ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਆਸਾ ਜੀ ਕੀ ਵਾਰ ਦੀ ਚੱਲ ਰਹੀ ਹੈ, ਉਸ ਦੀ 21ਵੀਂ ਪੌੜੀ ਦਾ ਦੂਜਾ ਸ਼ਲੋਕ, ਜਿਸ ਦੀ ਆਪ ਸਮੂਹ ਵਿਦਵਾਨਾਂ ਸੰਗਤਾਂ ਨਾਲ ਵਿਚਾਰ ਪਾਉਣੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਆਓ ਸ਼ਬਦ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਹੱਲਾ ਦੂਜਾ। ਸਲਾਮ ਜਵਾਬ ਦੋਵੇਂ ਕਰੇ, ਮੁੰਡਹੁ ਕੁਥਾ ਜਾਏ। ਨਾਨਕ ਦੋਵੇਂ ਕੂੜੀਆਂ, ਥਾਏ ਨ ਕਾਈ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਮੁਖ ਪਿਆਰੇ ਵਿਦਵਾਨ ਜਨ ਸੱਜਣ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਪਾਵਨ ਸ਼ਲੋਕ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਕੌਮ ਦੇ ਦੂਸਰੇ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਲੋਕ ਦੇ ਵਿੱਚ ਮਹਾਰਾਜ ਨੇ ਮੂਲ ਭਾਵ ਜੋ ਆਪਣੇ ਆਪ ਨੂੰ ਸੇਵਕ ਵੀ ਅਖਵਾਉਂਦਾ ਹੈ ਜਾਂ ਦਾਸ ਵੀ ਅਖਵਾਉਂਦਾ ਹੈ, ਤੇ ਨਾਲ ਦੇ ਨਾਲ ਆਪਣੀ ਹੰਗਤਾ, ਆਪਣਾ ਸਵੈਮਾਨ ਜਾਂ ਆਪਣਾ ਆਪ ਵੀ ਵਿਖਾਉਣਾ ਚਾਹੁੰਦਾ ਹੈ। ਸਤਿਗੁਰੂ ਜੀ ਨੇ ਸ਼ਲੋਕ ਵਿੱਚ ਉਸ ਦੋ ਮੁੱਖ ਭਾਵ ਕਿ ਦੋ ਮੁਖੀ ਨੀਤੀ ਦਾ ਖੰਡਨ ਕੀਤਾ। ਭਾਵ ਕਿ ਜਿਹੜਾ ਚਾਕਰ ਹੈ, ਸੇਵਕ ਹੈ, ਸੇਵਕ ਦਾ ਕੰਮ ਹੈ ਮਾਲਕ ਦੇ ਹੁਕਮ ਵਿੱਚ ਚੱਲਣਾ। ਜੇ ਸੇਵਕ ਮਾਲਕ ਦੇ ਹੁਕਮ ਨੂੰ ਸੁਣਦਾ ਤੇ ਚੱਲਦਾ ਨਹੀਂ, ਸਭ ਕਹਿੰਦੇ ਮੂਲ ਸਿਧਾਂਤ ਤੋਂ ਭਟਕ ਜਾਏਗਾ, ਘੁੱਸ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛੁ ਨ ਜਨਾਵੇ, ਹਰਿ ਹਰਿ ਨਾਮ ਹਿਰਦੈ ਸੋ ਧਿਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਜੇ ਕਾਮਨਾ ਰਹਿਤ ਹੋ ਕੇ ਆਪਣੇ ਮਾਲਕ ਦੀ ਸੇਵਾ ਕਰੇ ਤੇ ਉਹ ਸਹਿਲੇ ਹੀ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਲੱਭ ਲੈਂਦਾ।
ਤੇ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਵਚਨ ਹੈ ਕਿ ਮਨੁੱਖ ਜਿਵੇਂ ਕਹਿੰਦੇ ਨੇ ਨਾ, ਦੋ ਬੇੜੀਆਂ ਦੇ ਵਿੱਚ ਕਦਮ ਰੱਖਣ ਵਾਲਾ ਮਨੁੱਖ ਸਫਲ ਨਹੀਂ ਹੁੰਦਾ। ਇੰਝ ਹੀ ਮਨ ਦੀ ਦੋ ਰੁਖੀ ਚਾਲ ਰੱਖਣ ਵਾਲਾ ਮਨੁੱਖ ਵੀ ਗੁਰੂ ਦੇ ਸਨਮੁਖ ਕਦੇ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਮਹਾਰਾਜ ਪਾਤਸ਼ਾਹ ਨੇ ਪ੍ਰਮਾਣ ਦੇ ਕੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਇੱਕ ਸ਼ਾਹੂਕਾਰ ਨੇ ਕੋਈ ਨੌਕਰ ਰੱਖਿਆ ਹੋਵੇ ਤੇ ਨੌਕਰ ਮਾਲਕ ਦਾ ਹੁਕਮ ਸੁਣਦਾ ਤੇ ਹੈ ਪਰ ਮੰਨਦਾ ਨਹੀਂ, ਤੇ ਉਹ ਆਪਣੇ ਮਾਲਕ ਦੀ ਖੁਸ਼ੀ ਨੂੰ ਕਦੇ ਨਹੀਂ ਮਾਣ ਸਕਦਾ। ਭਾਵ ਕਿ ਉਹ ਸਦਾ ਮਾਲਕ ਦੇ ਉੱਤੇ ਜਦੋਂ ਗਿਲੇ ਗੁਜ਼ਾਰੀਆਂ ਕਰਦਾ ਹੈ ਤੇ ਮਾਲਕ ਦੇ ਹੁਕਮ ਤੋਂ ਖੁੰਝਿਆ ਰਹਿੰਦਾ ਹੈ। ਮਾਲਕ ਵੀ ਉੱਤੇ ਕਦੇ ਕੋਈ ਰਹਿਮ ਨਹੀਂ ਕਰਦਾ। ਵਿਦਵਾਨ ਸੱਜਣ ਇਸ ਦਾ ਦੂਸਰਾ ਅਰਥ ਕਰਿਆ ਕਰਦੇ ਨੇ ਕਿ ਜਦੋਂ ਤੇ ਮਾਲਕ ਕੋਲੋਂ ਕੋਈ ਦਾਤ ਲੈਣੀ ਹੋਵੇ ਤੇ ਚਿਹਰਾ ਹੋਰ ਹੈ, ਬੋਲ ਹੋਰ ਹੈ। ਜਦੋਂ ਮਾਲਕ ਵਾਸਤੇ ਕੰਮ ਕਰਨਾ ਹੋਵੇ ਫਿਰ ਮਤਲਬ ਵੀ ਬਦਲ ਜਾਂਦਾ, ਚਿਹਰਾ ਵੀ ਬਦਲ ਜਾਂਦਾ ਹੈ। ਤਾਂ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਸਰਵਣ ਕਰੀਏ। ਮਹੱਲਾ ਦੂਜਾ। ਸਲਾਮ ਜਵਾਬ ਦੋਵਾਂ ਕਰੈ, ਮੁੰਡੋਂ ਕੁੱਥਾ ਜਾਏ। ਹੁਣ ਭਾਈ ਮਾਲਕ ਦੇ ਸਾਹਮਣੇ ਸੇਵਕ ਮਾਲਕ ਨੂੰ ਝੁਕ ਝੁਕ ਕੇ ਸਲਾਮਾਂ ਵੀ ਕਰਦਾ, ਭਾਵ ਕਿ ਨਿਮਰਤਾ ਦਾ ਭਾਵ ਵੀ ਵਿਖਾਉਂਦਾ ਹੈ ਵੀ ਮੈਂ ਬੜਾ ਮਾਲਕ ਦਾ ਸਤਿਕਾਰ ਕਰਦਾ, ਪਰ ਮਾਲਕ ਦਾ ਕੰਮ ਕਰਦਾ ਨਹੀਂ, ਅੱਗੋਂ ਘੜ ਘੜ ਕੇ ਜਵਾਬ ਵੀ ਦਿੰਦਾ, ਉੱਤਰ ਵੀ ਦਿੰਦਾ। ਤਾਂ ਸਾਹਿਬ ਕਹਿੰਦੇ ਨੇ ਦੱਸੋ ਫਿਰ ਕੀ ਉਹ ਮਾਲਕ ਨੂੰ ਚੰਗਾ ਲੱਗੇਗਾ? ਸਾਹਿਬ ਗੁਰੂ ਨਾਨਕ ਦੇਵ ਦਾ ਵਚਨ ਹੈ ਰਾਮਕਲੀ 936 ਅੰਗ ਦੇ ਉੱਤੇ। ਸਾਹਿਬ ਕਹਿੰਦੇ ਚਾਕਰ ਕਹੀਏ ਖਸਮ ਕਾ, ਸੋਹੇ ਉੱਤਰ ਦੇ, ਵਜੋਂ ਗਵਾਏ ਆਪਣਾ ਤਖਤ ਨਾ ਬੈਸੇ ਸੇ। ਭਾਵ ਕਿ ਉਹ ਬਣਿਆ ਹੋਇਆ ਆਪਣਾ ਅਤਬਾਰ, ਇੱਜ਼ਤ ਜਾਂ ਰੋਜ਼ੀਨਾ ਹੁੰਦਾ ਉਹ ਵੀ ਗਵਾ ਲੈਂਦਾ ਤੇ ਕਦੀ ਵੀ ਆਪਣੀ ਮਾਲਕ ਦੇ ਵਿਰਾਸਤ ਦਾ ਮਾਲਕ ਨਹੀਂ ਬਣ ਸਕਦਾ। ਇਸ ਵਾਸਤੇ ਭਾਈ ਗੁਰਦਾਸ ਨੇ ਵੀ ਬਚਨ ਕੀਤਾ, ਲੂਣ ਸਾਹਿਬ ਦਾ ਖਾਏ ਕੈ, ਰਣ ਅੰਦਰ ਲੜ ਮਰੇ ਸੋ ਜਾਪੈ। ਸਿਰ ਵੱਡੇ ਹਥਿਆਰ ਕਰ ਵਰਿਆਮਾ ਵਰਿਆਮ ਸਿਆਪੈ। ਤਾਂ ਸਾਹਿਬ ਕਹਿੰਦੇ ਨੇ ਜਿਹੜਾ ਸੇਵਕ, ਜਿਹੜਾ ਚਾਕਰ ਮਾਲਕ ਨੂੰ ਸਾਹਮਣੇ ਉੱਤਰ ਦੇਣ ਲੱਗ ਜਾਂਦਾ ਹੈ ਉਹ ਫਿਰ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਇਸ ਲਈ ਉਹ ਮਾਲਕ ਨੂੰ ਪਿਆਰਾ ਵੀ ਨਹੀਂ ਹੋ ਸਕਦਾ। ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਆਗੇ ਧਰੇ, ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗਹਿ ਪਾਵੈ ਮਾਣ। ਇਸ ਲਈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਉਹੀ ਸੇਵਕ ਮਾਣ ਸਨਮਾਨ ਪਾਉਂਦਾ ਹੈ ਜਿਹੜਾ ਮਨੁੱਖ ਇਹ ਗੱਲ ਸਮਝਦਾ ਹੈ ਨਾਨਕ ਦੋਵੇਂ ਕੂੜੀਆਂ ਥਾਏ ਨਾ ਪਾਈ, ਥਾਏ ਨਾ ਕਾਏ ਪਾਏ। ਸਾਹਿਬ ਕਹਿੰਦੇ ਨੇ ਕਿ ਇਹ ਮਨੁੱਖ
ਜਿਵੇਂ ਕੋਈ ਚਲਾਕ ਸੇਵਕ ਮਾਲਕ ਦੇ ਅੱਗੇ ਸਿਰ ਵੀ ਨਿਵਾਉਂਦਾ ਹੈ ਤੇ ਹੀਲ ਹੁਜਤ ਇਤਰਾਜ਼ ਵੀ ਕਰਦਾ। ਪਰ ਇਹ ਭਾਈ, ਇਹ ਦੋਵੇਂ ਹੀ ਗੱਲਾਂ ਥੋਥੀਆਂ ਨੇ, ਝੂਠੀਆਂ ਨੇ। ਇਤਰਾਜ਼ ਵੀ ਕਰਨਾ ਤੇ ਸਿਰ ਵੀ ਨਿਵਾਉਣਾ। ਇਸ ਲਈ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਗੱਲ ਮਾਲਕ ਦੇ ਦਰ 'ਤੇ ਕਬੂਲ ਨਹੀਂ ਪੈਂਦੀ। ਇਹ ਦੋਵੇਂ ਹੀ ਗੱਲਾਂ ਥੋਥੀਆਂ ਆਖੀਆਂ ਜਾ ਸਕਦੀਆਂ ਨੇ। ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਗੁਰਦਾਸ। ਭਾਈ ਗੁਰਦਾਸ ਕਹਿੰਦੇ ਜਿਹੜਾ ਸੇਵਕ ਹੈ ਉਹ ਹਉਮੈ ਨੂੰ ਲਾਂਭੇ ਰੱਖ ਕੇ ਤੇ ਸਭ ਤੋਂ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ। ਫਿਰ ਆਪਣੇ ਮਾਲਕ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹੈ। ਆਪਣੇ ਮਾਲਕ ਦੇ ਚਰਨਾਂ ਦੀ ਖਾਕ ਜਦੋਂ ਮਸਤਕ 'ਤੇ ਲਾਉਂਦਾ ਹੈ ਤੇ ਲੋਕ ਪਰਲੋਕ ਦੇ ਵਿੱਚ ਉਸ ਦੀ ਇਸ ਦੇ ਉਦਮ ਨੂੰ ਸਲਾਹਿਆ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਵਿੱਖ ਦੇ ਵਿੱਚ ਉਹੀ ਕੁਝ ਵਰਤਦਾ ਜੋ ਹੋਣਹਾਰ ਹੁੰਦਾ ਹੈ। ਇਸ ਲਈ ਵਾਹਿਗੁਰੂ ਪਰਮਾਤਮਾ ਜੋ ਕਰਦਾ ਹੈ ਉਸ ਨੂੰ ਸਿਰ ਮੱਥੇ ਪ੍ਰਵਾਨ ਕਰ ਲੈਣਾ ਤੇ ਸ਼ੁਕਰ ਵਿੱਚ ਰਜਾ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰਨਾ ਅਤੇ ਇਹ ਸਮਝਣਾ ਕਿ ਮੈਂ ਇਸ ਦੁਨੀਆ ਵਿੱਚ ਇੱਕ ਮਹਿਮਾਨ ਦੀ ਪ੍ਰਾਹੁਣੇ ਦੀ ਤਰ੍ਹਾਂ ਆਇਆ ਹਾਂ। ਭਾਈ ਗੁਰਦਾਸ ਕਹਿੰਦੇ ਗੁਰਮੁਖ ਹਉਮੈ ਪਰ ਹਰੇ, ਮਨ ਭਾਵੈ ਖਸਮੇ ਦਾ ਭਾਣਾ। ਪੈਰੀ ਪੈ ਪਾ ਖਾਕ ਹੋਏ ਦਰਗਾਹ ਪਾਵੇ, ਮਾਣ ਨਿਮਾਣਾ ਵਰਤਮਾਨ ਵਿੱਚ ਵਰਤਦਾ। ਹੋਣਹਾਰ ਸੋਈ ਪ੍ਰਵਾਣਾ, ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨੇ ਕਰੇ ਸ਼ੁਕਰਾਣਾ। ਰਾਜੀ ਹੋਏ ਰਜਾਏ ਵਿੱਚ ਦੁਨੀਆ ਅੰਦਰ ਜਿਉ ਮਹਿਮਾਣਾ, ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰਤ ਨੂੰ ਕੁਰਬਾਣਾ। ਲੇਪ ਅਲੇਪ ਸਦਾ ਨਿਰਵਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਗੁਰਮੁਖ ਜਨ ਸਦਾ ਹੀ ਵਿਸ਼ੇ ਵਾਸ਼ਨਾ ਦੇ ਰਹਿੰਦਾ ਹੋਇਆ ਸੰਸਾਰ ਵਿੱਚ ਵਿਸ਼ੇ ਵਾਸ਼ਨਾ ਤੋਂ ਨਿਰਲੇਪ ਰਹਿੰਦਾ ਹੈ। ਉਸ ਦਾ ਜੀਵਨ ਅਜਿਹਾ ਬਣ ਜਾਂਦਾ ਹੈ ਕਿ ਇਸ ਮਤ ਦਾ ਨਿਰਣਾ ਕਰ ਲੈਂਦਾ ਨਾਨਕ, ਦੋਵੇਂ ਕੂੜੀਆਂ ਥਾਂ ਨਾ ਕਾਈ ਪਾਏ। ਇਹ ਦੋਵੇਂ ਹੀ ਗੱਲਾਂ ਥੋਥੀਆਂ ਨੇ, ਝੂਠੀਆਂ ਨੇ। ਤੇ ਦੋਵਾਂ ਗੱਲਾਂ ਨੂੰ ਅਪਣਾ ਕੇ ਜੀਵਨ ਦੇ ਇਸ ਕੇਂਦਰ ਵਿੱਚ, ਜੀਵਨ ਦੇ ਇਸ ਮੈਦਾਨ ਦੇ ਵਿੱਚ ਕੋਈ ਕਾਮਯਾਬ ਹੋ ਜਾਏ, ਐਸਾ ਨਹੀਂ ਹੋ ਸਕਦਾ। ਇਸ ਲਈ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਦੋਵੇਂ ਗੱਲਾਂ ਭਾਵ ਕਿ ਸੇਵਕਪੁਣਾ ਵੀ ਦਿਖਾਉਣਾ ਤੇ ਮਾਲਕਪੁਣਾ ਵੀ ਦਿਖਾਉਣਾ, ਦੋਵੇਂ ਗੱਲਾਂ ਬਿਲਕੁਲ ਗਲਤ ਹਨ। ਇਹਨਾਂ ਵਿੱਚੋਂ ਕੋਈ ਵੀ ਤੋੜ ਚੜ੍ਹਨ ਵਾਲਾ ਵਿਸ਼ਾ ਨਹੀਂ ਹੈ। ਸਤਿਗੁਰੂ ਜੀ ਰਹਿਮਤ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਗੁਰਮੁਖ ਜਨ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਦਾਸ ਮਨਜੀਤ ਸਿੰਘ ਗੁਰੂ ਕੀ ਬਡਾਲੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।